वाहिगुरू जी का खालसा वाहिगुरू जी की फतेह। सत श्री अकाल, नमस्कार जी। ਵੀਰੋ, ਅੱਜ ਦੇ ਸਮੇਂ ਦੇ ਵਿੱਚ 90% ਇਨਸਾਨ ਆਪਣੀ ਖੁਰਾਕ ਕਰਕੇ, ਆਪਣੇ ਕੰਮਕਾਰ ਕਰਕੇ, ਆਪਣੇ ਰਹਿਣ ਸਹਿਣ ਕਰਕੇ ਸਰੀਰਕ ਤੌਰ ਤੇ ਕੋਈ ਨਾ ਕੋਈ ਤਕਲੀਫ ਚੱਲ ਰਿਹਾ ਹੈ। ਗਿੱਟਿਆਂ ਗੋਡਿਆਂ ਦੀਆਂ ਤਕਲੀਫਾਂ, ਡਿਸਕ ਦੀ ਤਕਲੀਫ, ਰੀੜ੍ਹ ਦੀ ਹੱਡੀ ਦੀ ਤਕਲੀਫ, ਸਰਵਾਈਕਲ ਦੀ ਤਕਲੀਫ ਆਦਿ। ਸੋ ਅੱਜ ਗੱਲ ਕਰਦੇ ਹਾਂ ਸਰਵਾਈਕਲ ਦੀ ਤਕਲੀਫ ਦੀ। ਮੈਂ ਖੁਦ ਇਸ ਬਿਮਾਰੀ ਤੋਂ, ਇਸ ਦਰਦ ਤੋਂ, ਇਸ ਤਕਲੀਫ ਤੋਂ 10-12 ਸਾਲ ਤੋਂ ਪੀੜਤ ਹਾਂ। ਸਰਵਾਈਕਲ ਦੀ ਦਰਦ ਕਈ ਵਾਰ 4-4 ਸਾਲ ਠੀਕ ਰਹਿੰਦੀ ਹੈ, ਫਿਰ ਦੁਬਾਰਾ ਹੋ ਜਾਂਦੀ ਹੈ। 2-2 ਸਾਲ ਠੀਕ ਰਹਿਣ ਤੋਂ ਬਾਅਦ ਫਿਰ ਦੁਬਾਰਾ ਹੋ ਜਾਂਦੀ ਹੈ। ਕਈ ਵਾਰ ਸਾਲ ਬਾਅਦ ਹੀ ਦੁਬਾਰਾ ਹੋ ਜਾਂਦੀ ਹੈ। ਜਦੋਂ ਇਹ ਦਰਦ ਦੁਬਾਰਾ ਸ਼ੁਰੂ ਫਿਰ ਹੁੰਦੀ ਹੈ, ਤਕਰੀਬਨ 10 ਦਿਨ, 20 ਦਿਨ, 1 ਮਹੀਨਾ, 2 ਮਹੀਨਾ ਇਹ ਤਕਲੀਫ ਬਹੁਤ ਤੰਗ ਕਰਦੀ ਹੈ। ਸੋ ਵੀਰੋ, ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕੁਝ ਸਾਵਧਾਨੀਆਂ, ਕੁਝ ਐਕਸਰਸਾਈਜ਼ਾਂ ਦੱਸ ਰਹੇ ਹਾਂ ਜੋ ਤਕਲੀਫ ਦੇ ਵਿੱਚ ਬਹੁਤ ਲਾਹੇਵੰਦ ਹਨ। ਮੈਨੂੰ ਜਦੋਂ ਵੀ ਇਹ ਤਕਲੀਫ ਸ਼ੁਰੂ ਹੁੰਦੀ, ਮੈਂ ਤਰ੍ਹਾਂ ਦੀ ਮੈਡੀਸਨ ਵਰਤਦਾ, ਤਰ੍ਹਾਂ ਦੇ ਤਰੀਕੇ ਅਪਣਾਉਣਾ, ਕਿਉਂਕਿ ਇਹ ਦਰਦ ਝੱਲ ਨਹੀਂ ਹੁੰਦਾ। ਪਰ ਜਦੋਂ ਮੈਂ ਕੁਝ ਸਾਵਧਾਨੀਆਂ ਤੇ ਇਹ ਐਕਸਰਸਾਈਜ਼ ਸ਼ੁਰੂ ਕਰਦਾ ਹਾਂ ਤੇ ਤਕਲੀਫ ਹੌਲੀ ਹਟ ਜਾਂਦੀ ਹੈ। ਮੈਂ ਬਿਲਕੁਲ ਤੰਦਰੁਸਤ ਹੋ ਜਾਂਦਾ ਹਾਂ। ਸੋ ਕੁਝ ਕੁ ਸਾਵਧਾਨੀਆਂ ਅਸੀਂ ਤੁਹਾਨੂੰ ਦੱਸ ਰਹੇ ਹਾਂ, ਇਹਨਾਂ ਵੱਲ ਧਿਆਨ ਦੇਣ ਦੀ ਕਿਰਪਾ ਕਰਨੀ ਜੀ। ਨੰਬਰ 1 ਕਿ ਜਦੋਂ ਵੀ ਤੁਸੀਂ ਕੋਈ ਐਕਸਰਸਾਈਜ਼ ਸ਼ੁਰੂ ਕਰਨੀ ਹੈ, ਸਿਰ ਤੇ ਦਸਤਾਰ ਨਹੀਂ ਸਜਾਉਣੀ। ਤੁਸੀਂ ਛੋਟਾ ਪਟਕਾ ਜਾਂ ਛੋਟੀ ਕੇਸਕੀ ਬੰਨ੍ਹ ਲੈਣੀ ਹੈ। ਨੰਬਰ 2 ਵਾਏ ਵਾਲੀਆਂ ਚੀਜ਼ਾਂ ਦਾ ਪਰਹੇਜ਼ ਕਰਨਾ ਹੈ। ਆਪਣਾ ਯੂਰਿਕ ਐਸਿਡ ਤੇ ਕੈਲਸ਼ੀਅਮ ਜ਼ਰੂਰ ਚੈੱਕ ਕਰਾਉਣਾ ਹੈ। ਜੇਕਰ ਤੁਹਾਡਾ ਯੂਰਿਕ ਐਸਿਡ ਵਧਿਆ ਹੋਇਆ ਹੈ, ਕੈਲਸ਼ੀਅਮ ਤੁਹਾਡਾ ਘੱਟ ਹੈ, ਤੇ ਕਿਰਪਾ ਕਰਕੇ ਪਹਿਲਾਂ ਇਸ ਦਾ ਇਲਾਜ ਜ਼ਰੂਰ ਕਰਨਾ ਹੈ। ਕਿਸੇ ਦਰਖਤ ਤੋਂ ਕੁਝ ਲਾਉਣ ਵਾਸਤੇ ਜੋ ਅਸੀਂ ਢਾਂਗੀ ਦਾ ਇਸਤੇਮਾਲ ਕਰਦੇ ਹਾਂ, ਉਸ ਤੋਂ ਬਚਣਾ ਹੈ, ਕਿਉਂਕਿ ਢਾਂਗੀ ਦੇ ਨਾਲ ਸਾਡੇ ਮਣਕਿਆਂ ਦੇ ਉੱਤੇ ਸਿੱਧਾ ਝਟਕਾ ਲੱਗਦਾ ਹੈ। ਉਹ ਢਾਂਗੀ ਦਾ ਪ੍ਰਯੋਗ ਨਹੀਂ ਕਰਨਾ। ਕਿਸੇ ਵੀ ਭਾਰ ਨੂੰ ਚੱਕਣ ਵਾਸਤੇ ਆਪਣੇ ਸਰੀਰ ਨੂੰ ਟੇਢਾ ਮੇਢਾ ਨਹੀਂ ਕਰਨਾ। ਆਪਣੇ ਮੋਢਿਆਂ ਨੂੰ, ਆਪਣੇ ਬੈਲੈਂਸ ਨੂੰ ਟੇਢਾ ਮੇਢਾ ਨਹੀਂ ਕਰਨਾ। ਅਸੀਂ ਕਿਸੇ ਵੀ ਮੈਡੀਸਨ ਨੂੰ ਪ੍ਰਮੋਟ ਨਹੀਂ ਕਰ ਰਹੇ। ਤੁਸੀਂ ਕੋਈ ਮੈਡੀਸਨ ਲੈ ਰਹੇ ਹੋ, ਤੁਸੀਂ ਅੰਗਰੇਜ਼ੀ ਦਵਾਈ ਖਾ ਰਹੇ ਹੋ, ਤੁਸੀਂ ਹੋਮਿਓਪੈਥਿਕ ਖਾ ਰਹੇ ਹੋ, ਤੁਸੀਂ ਦੇਸੀ ਦਵਾਈ ਖਾ ਰਹੇ ਹੋ, ਇਹ ਇੱਕ ਵੱਖਰੀ ਗੱਲ ਹੈ। ਪਰ ਇਹ ਗਾਰੰਟੀ ਹੈ ਕਿ ਐਕਸਰਸਾਈਜ਼ ਦੇ ਨਾਲ ਇਸ ਦਰਦ ਤੋਂ ਬਚਿਆ ਜਾ ਸਕਦਾ ਹੈ। ਇਹ ਤਕਲੀਫ ਬਿਲਕੁਲ ਹਟ ਜਾਂਦੀ ਹੈ। ਜਿਨ੍ਹਾਂ ਦਿਨਾਂ ਦੇ ਵਿੱਚ ਤੁਸੀਂ ਠੀਕ ਹੁੰਦੇ ਹੋ, ਤੰਦਰੁਸਤ ਹੁੰਦੇ ਹੋ, ਕਿਰਪਾ ਕਰਕੇ ਇਹ ਐਕਸਰਸਾਈਜ਼ ਦੇ ਵਿੱਚੋਂ ਕੁਝ ਐਕਸਰਸਾਈਜ਼ ਕਰਦੇ ਰਿਹਾ ਕਰੋ, ਤਾਂ ਜੋ ਤੁਸੀਂ ਦੁਬਾਰਾ ਇਹ ਤਕਲੀਫ ਤੋਂ ਪੀੜਤ ਨਾ ਹੋਵੋ। ਇਹ ਦਾਸ ਦਾ ਖੁਦ ਦਾ ਤਜਰਬਾ ਹੈ। ਮੈਂ ਖੁਦ ਜਦੋਂ ਐਕਸਰਸਾਈਜ਼ ਛੱਡ ਦਿੰਦਾ ਹਾਂ, ਮੈਨੂੰ ਇਹ ਕਿਸੇ ਨਾ ਕਿਸੇ ਸਮੇਂ ਦੁਬਾਰਾ ਕਿਸੇ ਕਾਰਨ ਇਹ ਤਕਲੀਫ ਹੋ ਜਾਂਦੀ ਹੈ, ਸ਼ੁਰੂ ਹੋ ਜਾਂਦੀ ਹੈ। ਪਰ ਜਦੋਂ ਮੈਂ ਇਹ ਐਕਸਰਸਾਈਜ਼ ਤੇ ਕੁਝ ਸਾਵਧਾਨੀਆਂ ਵਰਤਦਾ ਹਾਂ, ਤਾਂ ਮੈਂ ਇਹ ਤਕਲੀਫ ਤੋਂ ਛੁਟਕਾਰਾ ਪਾ ਲੈਂਦਾ ਹਾਂ। ਇਸ ਤਕਲੀਫ ਦੇ ਵਿੱਚ ਜਦੋਂ ਤੁਸੀਂ ਐਕਸਰਸਾਈਜ਼ ਸ਼ੁਰੂ ਕਰਦੇ ਹੋ, ਉਸੇ ਟਾਈਮ ਤੁਹਾਨੂੰ ਆਰਾਮ ਨਹੀਂ ਮਿਲਣਾ। 10-12 ਦਿਨ ਬਾਅਦ ਤੁਹਾਨੂੰ ਐਕਸਰਸਾਈਜ਼ ਦਾ ਫਾਇਦਾ ਹੋਣਾ ਹੈ। ਸੌਣ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜੇਕਰ ਤੁਸੀਂ ਸਿੱਧੇ ਸੌਂਦੇ ਹੋ ਤਾਂ ਸਿਰਹਾਣੇ ਦੀ ਵਰਤੋਂ ਨਹੀਂ ਕਰਨੀ। ਤੁਸੀਂ ਬੱਖੀ ਭਾਰ ਸੌਂਦੇ ਹੋ ਤਾਂ ਛੋਟਾ ਸਿਰਹਾਣਾ ਜ਼ਰੂਰ ਲੈਣਾ ਹੈ। ਉੱਠਣ ਸਮੇਂ ਇੱਕਦਮ ਸਿੱਧੇ ਨਹੀਂ ਉੱਠਣਾ, ਔਰ ਨਰਮ ਗੱਦੇ ਦੀ ਬਿਲਕੁਲ ਵਰਤੋਂ ਨਹੀਂ ਕਰਨੀ। ਬੈੱਡ ਦੇ ਉੱਤੇ ਸੌਣਾ ਹੈ, ਜਾਂ ਤਲਾਈ ਹੋਵੇ ਜਾਂ ਕੋਈ 1-2 ਖੇਸੀਆਂ ਤੁਸੀਂ ਵਿਛਾ ਕੇ ਸੌਂ ਸਕਦੇ ਹੋ। ਜਦੋਂ ਇਹ ਤਕਲੀਫ ਤੁਹਾਨੂੰ ਸ਼ੁਰੂ ਹੁੰਦੀ ਹੈ ਤਾਂ ਮੋਟਰਸਾਈਕਲ ਤੇ ਸਕੂਟਰ ਦੀ ਵਰਤੋਂ ਘੱਟ ਕਰ ਦਿਓ। ਅਗਰ ਤੁਸੀਂ ਕਿਸੇ ਹੋਰ ਵਹੀਕਲ ਦੇ ਉੱਤੇ ਸਫ਼ਰ ਕਰਨਾ ਹੈ ਤਾਂ ਕੋਸ਼ਿਸ਼ ਕਰੋ ਕਿ ਕਾਲਰ ਲਗਾ ਕੇ ਸਫ਼ਰ ਕੀਤਾ ਜਾਵੇ। ਹਾਂਜੀ ਵੀਰੋ, ਕੁਦਰਤ, ਪ੍ਰਮਾਤਮਾ ਦਾ, ਵਾਹਿਗੁਰੂ ਦਾ ਇਹ ਜੋ ਸਰਕਲ ਚੱਲਦਾ ਹੈ, ਇਸ ਦੇ ਵਿੱਚ ਹੀ ਤਕਲੀਫ ਮਿਲਣੀ ਹੈ, ਇਸ ਦੇ ਵਿੱਚ ਹੀ ਸਾਨੂੰ ਤੰਦਰੁਸਤੀ ਪ੍ਰਾਪਤ ਹੋਣੀ ਹੈ। ਸੋ ਗੁਰੂ ਕਿਰਪਾ ਕਰੇ ਤੁਸੀਂ ਕੁਝ ਸਾਵਧਾਨੀਆਂ ਤੇ ਕੁਝ ਐਕਸਰਸਾਈਜ਼ ਵਰਤ ਕੇ ਤੰਦਰੁਸਤ ਹੋਵੋ। ਸੋ ਇੱਕ ਬੇਨਤੀ ਹੈ ਕਿ ਇਸ ਵੀਡੀਓ ਨੂੰ ਸ਼ੇਅਰ ਕਰਨ ਦੀ ਜ਼ਰੂਰ ਕਿਰਪਾ ਕਰਨੀ ਜੀ, ਤਾਂ ਜੋ ਵੀ ਵੀਰ ਇਸ ਬਿਮਾਰੀ ਤੋਂ ਪੀੜਤ ਹੈ, ਇਸ ਦਰਦ ਤੋਂ, ਇਸ ਤਕਲੀਫ ਤੋਂ ਪੀੜਤ ਹੈ, ਉਹ ਇਸ ਵੀਡੀਓ ਨੂੰ ਦੇਖ ਕੇ ਲਾਹਾ ਲੈ ਸਕੇ। ਕਿਉਂਕਿ ਦਾਸ ਦਾ ਇਹ ਆਪਣਾ ਤਜਰਬਾ ਹੈ। ਜੋ ਮੇਰਾ ਤਜਰਬਾ ਹੈ, ਜੋ ਮੈਨੂੰ ਲਾਹੇਵੰਦ ਐਕਸਰਸਾਈਜ਼ ਪ੍ਰਾਪਤ ਹੋਈ ਹੈ, ਮੈਂ ਵਰਤਦਾ ਹਾਂ, ਉਹੀ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਿਹਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 ਹਾਂਜੀ ਵੀਰੋ, ਆਪਣੇ ਸਿਰ ਨੂੰ ਖੱਬੇ ਤੇ ਸੱਜੇ ਘੁਮਾ ਕੇ 8-10 ਵਾਰ ਇਹ ਪ੍ਰਕਿਰਿਆ ਨੂੰ ਮੈਂ ਕੀਤਾ ਹੈ। 8-10 ਵਾਰ ਇਸ ਪ੍ਰਕਿਰਿਆ ਨੂੰ ਕਰਨ ਨੂੰ ਇੱਕ ਸਟੈਪ ਮੰਨ ਲਈਏ। ਇਸ ਤਰ੍ਹਾਂ ਦੇ ਤੁਸੀਂ 3 ਸਟੈਪ ਕਰਨੇ ਹਨ। ਹਰੇਕ ਸਟੈਪ ਦੇ ਵਿੱਚ 8-10 ਵਾਰ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਹੈ ਕਿ 1 2 3 4 5 6 7 8 9 10 1 2 3 4 5 6 7 8 9 10 ਇਸ ਤਰ੍ਹਾਂ 8-10 ਵਾਰ ਅਸੀਂ ਆਪਣੀ ਗਰਦਨ ਨੂੰ, ਆਪਣੇ ਸਿਰ ਨੂੰ ਘੁਮਾ ਕੇ, ਖੱਬੇ ਸੱਜੇ ਘੁਮਾ ਕੇ 8-10 ਵਾਰ ਪ੍ਰਕਿਰਿਆ ਕੀਤੀ ਹੈ ਤੇ ਇੱਕ ਸਟੈਪ ਬਣਿਆ ਹੈ। ਇਸ ਤਰ੍ਹਾਂ ਦੇ ਅਸੀਂ 3 ਸਟੈਪ ਖੱਬੇ ਸੱਜੇ ਘੁਮਾ ਕੇ ਹੀ ਕਰਨੇ ਹਨ। ਹਾਂਜੀ ਵੀਰੋ, ਐਕਸਰਸਾਈਜ਼ ਨੰਬਰ 2, ਆਪਣੀ ਗਰਦਨ ਨੂੰ ਤਾਂ ਤੇ ਹੇਠਾਂ ਵੱਲ ਨੂੰ ਅਸੀਂ ਇਹ ਪ੍ਰਕਿਰਿਆ ਕਰਨੀ ਹੈ। ਜਦੋਂ ਤਾਂ ਤੱਕ ਕਰਨੀ ਹੈ ਤਾਂ ਜਿੱਥੇ ਤੱਕ ਹੋ ਸਕਦਾ ਸਾਡੀ ਨਿਗਾਹ ਜਾਂਦੀ ਹੋਵੇ ਉੱਥੇ ਤੱਕ ਅਸੀਂ ਨਿਗਾਹ ਨੂੰ ਲਿਜਾ ਕੇ ਤਾਂ 10 ਦੀ ਗਿਣਤੀ ਪੂਰੀ ਕਰਨੀ ਹੈ। ਇਸ ਤਰ੍ਹਾਂ ਫਿਰ ਬਿਲਕੁਲ ਆਪਣੇ ਸਾਹਮਣੇ ਨਿਗਾਹ ਟਿਕਾ ਲੈਣੀ ਹੈ। ਫਿਰ ਥੱਲੇ ਨੂੰ ਆਪਣੀ ਠੋਡੀ ਨੂੰ ਆਪਣੀ ਛਾਤੀ ਦੇ ਨਾਲ ਲਾਉਣ ਦੀ ਕੋਸ਼ਿਸ਼ ਕਰਨੀ ਹੈ। ਜਿੱਥੇ ਤੱਕ ਠੋਡੀ ਛਾਤੀ ਨਾਲ ਲੱਗਦੀ ਹੋਵੇ ਤੇ 10 ਦੀ ਗਿਣਤੀ ਫਿਰ ਅਸੀਂ ਪੂਰੀ ਕਰਨੀ ਹੈ। ਜਿਵੇਂ ਕਿ 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10
1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 ਐਕਸਰਸਾਈਜ਼ 3 ਦੇ ਵਿੱਚ ਅਸੀਂ ਜੋ ਪ੍ਰਕਿਰਿਆ ਕਰਨੀ ਹੈ ਉਹ ਹੈ ਕਿ ਆਪਣਾ ਸੱਜਾ ਹੱਥ ਕੰਨ ਤੇ ਰੱਖਣਾ ਹੈ। ਕੰਨ ਤੇ ਰੱਖ ਕੇ ਆਪਣੀ ਗਰਦਨ ਨੂੰ ਉਲਟ ਪਾਸੇ ਵੱਲ ਧੱਕਣਾ ਹੈ ਤੇ ਆਪਣੇ ਸਿਰ ਦਾ ਜ਼ੋਰ ਜਿਹੜਾ ਆਪਣੇ ਸੱਜੇ ਹੱਥ ਵੱਲ ਲਗਾਉਣਾ ਹੈ। 1 2 3 4 5 6 7 8 9 10 ਇਸੇ ਤਰ੍ਹਾਂ ਖੱਬਾ ਹੱਥ ਖੱਬੇ ਕੰਨ ਤੇ ਰੱਖ ਕੇ ਆਪਣੇ ਸਿਰ ਨੂੰ ਸੱਜੇ ਪਾਸੇ ਵੱਲ ਜ਼ੋਰ ਲਾਉਣਾ ਹੈ ਤੇ ਸਿਰ ਦਾ ਜ਼ੋਰ ਜਿਹੜਾ ਆਪਣੇ ਹੱਥ ਵੱਲ ਲਗਾਉਣਾ ਹੈ। 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 ਇਸੇ ਤਰ੍ਹਾਂ ਵੀਰੋ ਜਿੱਦਾਂ ਪਹਿਲੀਆਂ ਐਕਸਰਸਾਈਜ਼ਾਂ ਦੇ ਵਿੱਚ ਹਰੇਕ ਪ੍ਰਕਿਰਿਆ ਨੂੰ ਅਸੀਂ 8 ਤੋਂ 10 ਵਾਰ ਕਰਨਾ ਹੈ। 8 ਤੋਂ 10 ਵਾਰ ਕਰਕੇ ਇੱਕ ਸਟੈਪ ਬਣਦਾ ਹੈ। ਇਸ ਤਰ੍ਹਾਂ ਦੇ 3 ਸਟੈਪ ਇਸ ਐਕਸਰਸਾਈਜ਼ ਦੇ ਵੀ ਅਸੀਂ ਨਾਲ ਹੀ ਕਰਨੇ ਹਨ। ਹਾਂਜੀ ਵੀਰੋ, ਸਰਵਾਈਕਲ ਦੀ ਤਕਲੀਫ ਵਾਸਤੇ ਅਸੀਂ ਆਪਣੀ ਪਹਿਲੀ ਵੀਡੀਓ ਦੇ ਵਿੱਚ ਅਸੀਂ ਗਰਦਨ ਦੀ ਐਕਸਰਸਾਈਜ਼ ਤੁਹਾਨੂੰ ਦੱਸੀ ਸੀ, ਜੋ ਦਿਨ ਦੇ ਵਿੱਚ ਇੱਕ ਟਾਈਮ ਕਰਨੀ ਹੈ। ਦੂਸਰੇ ਟਾਈਮ ਵਾਸਤੇ ਭਾਵ ਕਿ ਸ਼ਾਮ ਦੇ ਵਾਸਤੇ ਜਾਂ ਰਾਤ ਦੇ ਵਾਸਤੇ ਜੋ ਐਕਸਰਸਾਈਜ਼ ਹੈ ਮੋਢਿਆਂ ਦੀ, ਤੇ ਉਹ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦੱਸ ਰਹੇ ਹਾਂ। ਸੋ ਮੋਢਿਆਂ ਦੀ ਐਕਸਰਸਾਈਜ਼ ਵਾਸਤੇ ਜਿਸ ਤਰ੍ਹਾਂ ਪਹਿਲਾਂ ਆਪਾਂ ਗਰਦਨ ਦੀ ਐਕਸਰਸਾਈਜ਼ ਦੇ ਵਿੱਚ ਆਪਣੀ ਗਰਦਨ ਨੂੰ, ਸਿਰ ਨੂੰ, ਆਪਣੇ ਮੂੰਹ ਨੂੰ ਦੂਸਰੇ ਪਾਸੇ ਲਿਜਾ ਕੇ ਜਾਂ ਉੱਪਰ ਪਾਸੇ ਹੇਠਾਂ ਪਾਸੇ ਲਿਜਾ ਕੇ ਉਸ ਨੂੰ ਕੁਝ ਸਮਾਂ ਟਿਕਾਉਣ ਵਾਸਤੇ ਅਸੀਂ 10 ਦੀ ਗਿਣਤੀ ਕਰਦੇ ਸੀ। 10 ਦੀ ਗਿਣਤੀ ਦਾ ਭਾਵ ਹੈ ਕਿ ਉਨਾ ਕੁ ਟਾਈਮ ਆਪਣੇ ਮੂੰਹ ਨੂੰ ਉਸ ਦਿਸ਼ਾ ਦੇ ਵਿੱਚ ਟਿਕਾ ਕੇ ਰੱਖਣਾ ਹੈ। ਔਰ ਮੋਢਿਆਂ ਦੀ ਐਕਸਰਸਾਈਜ਼ ਦੇ ਵਿੱਚ ਉਹਦੀ ਗਿਣਤੀ ਤੁਸੀਂ ਵਧਾ ਵੀ ਸਕਦੇ ਹੋ ਆਪਣੀ ਤਕਲੀਫ ਮੁਤਾਬਕ। ਤੁਸੀਂ ਆਪਣੀ ਇਸ ਪ੍ਰਕਿਰਿਆ ਦੇ ਵਿੱਚ ਜਿਹੜੀ ਗਿਣਤੀ ਕਰਦੇ ਹੋ ਉਹਨੂੰ ਘਟਾ ਵਧਾ ਵੀ ਸਕਦੇ ਹੋ। ਜੇ ਤਕਲੀਫ ਜ਼ਿਆਦਾ ਹੈ, ਜਿਸ ਪਾਸੇ ਤੁਹਾਨੂੰ ਗਰਦਨ ਕਰਨ ਦੇ ਵਿੱਚ, ਆਪਣਾ ਮੂੰਹ ਕਰਨ ਦੇ ਵਿੱਚ ਤਕਲੀਫ ਜ਼ਿਆਦਾ ਹੁੰਦੀ ਹੋਵੇ, ਉਹਦੀ ਗਿਣਤੀ ਨੂੰ ਤੁਸੀਂ ਘੱਟ ਵੀ ਕਰ ਸਕਦੇ ਹੋ। ਇੱਕ ਵੀਡੀਓ ਬਣਾਉਣ ਵਾਸਤੇ, ਇੱਕ ਡਿਸਿਪਲਿਨ ਵਾਸਤੇ ਐਕਸਰਸਾਈਜ਼ ਦੇ ਇਹ ਗਿਣਤੀ ਨੂੰ ਅਸੀਂ ਵਿੱਚ ਸ਼ਾਮਲ ਕੀਤਾ ਹੈ। ਸੋ ਅੱਜ ਮੋਢਿਆਂ ਦੀ ਐਕਸਰਸਾਈਜ਼ ਹੈ, ਇਸ ਨੂੰ ਜਰਾ ਧਿਆਨ ਦੇ ਨਾਲ ਦੇਖਣਾ ਜੀ। ਜਿਸ ਤਰ੍ਹਾਂ ਸਿੱਧੇ ਖੜੇ ਹੋ ਕੇ ਆਪਣੀ ਨਿਗਾਹ ਨੂੰ ਸਿੱਧੇ ਟਿਕਾ ਕੇ ਆਪਣੇ ਇਕੱਲੇ ਮੋਢਿਆਂ ਨੂੰ ਤੁਸੀਂ ਸਾਈਕਲ ਦੇ ਤਰ੍ਹਾਂ ਚਲਾਉਣਾ ਹੈ। 1 2 3 4 5 6 7 8 9 10 11 12 13 14 15 16 17 18 19 20 1 2 3 4 5 6 7 8 9 10 11 12 13 14 15 16 17 18 19 20। ਐਕਸਰਸਾਈਜ਼ ਨੰਬਰ 2 ਦੇ ਵਿੱਚ ਆਪਣੀ ਬਾਂਹ ਨੂੰ, ਬਾਜੂ ਨੂੰ ਬਿਲਕੁਲ ਸਿੱਧੀ ਖੜੀ ਕਰਕੇ ਇਹ ਐਕਸਰਸਾਈਜ਼ ਤੁਸੀਂ ਕਰਨੀ ਹੈ। 1 2 3
4 5 6 7 8 9 10 11 12 13 14 15 16 17 18 19 20। ਇਸੇ ਤਰ੍ਹਾਂ ਦੂਸਰਾ ਹੱਥ ਤਾਂ ਚੱਕ ਕੇ 1 2 3 4 5 6 7 8 9 10 11 12 13 14 15 16 17 18 19 20। ਇਸ ਤਰ੍ਹਾਂ ਜਿੱਦਾਂ 20 ਦੀ ਗਿਣਤੀ ਅਸੀਂ ਕੱਲੀ ਬਾਂਹ ਨੂੰ ਤਾਂ ਕਰਕੇ ਕੀਤੀ ਹੈ ਜਾਂ ਮੋਢਿਆਂ ਨੂੰ ਘੁਮਾ ਕੇ ਕੀਤੀ ਹੈ। ਇਹ ਇੱਕ ਸਟੈਪ ਬਣਦਾ। ਇਸ ਤਰ੍ਹਾਂ ਦੇ ਤਿੰਨ ਸਟੈਪ ਤੁਸੀਂ ਲਗਾਉਣੇ ਹਨ। ਹਾਂਜੀ ਵੀਰੋ, ਐਕਸਰਸਾਈਜ਼ 3 ਦੇ ਵਿੱਚ ਅਸੀਂ ਜੋ ਐਕਸਰਸਾਈਜ਼ ਕਰਨੀ ਹੈ ਉਹ ਹੈ ਕਿ ਆਪਣੇ ਮੋਢਿਆਂ ਨੂੰ ਇੱਕਦਮ ਆਪਣੇ ਕੰਨਾਂ ਵੱਲ ਤਾਂ ਨੂੰ ਖਿੱਚ ਕੇ ਉੱਥੇ ਅਸੀਂ ਕੁਝ ਗਿਣਤੀ ਕਰਨੀ ਹੈ। ਇਸੇ ਤਰ੍ਹਾਂ ਮੋਢਿਆਂ ਨੂੰ ਬਿਲਕੁਲ ਥੱਲੇ ਜ਼ੋਰ ਪਾ ਕੇ ਗਿਣਤੀ ਕਰਨੀ ਹੈ। ਦੇਖੋ 1 2 3 4 5 6 7 8 9 10 11 12 13 14 15 16 17 18 19 20। 1 2 3 4 5 6 7 8 9 10 11 12 13 14 15 16 17 18 19 20। 1 2 3 4 5 6 7 8 9 10 11 12 13 14 15 16 17 18 19 20। 1 2 3 4 5 6 7 8 9 10 11 12 13 14 15 16 17 18 19 20। ਇਸ ਤਰ੍ਹਾਂ ਦੀ ਪ੍ਰਕਿਰਿਆ ਨੂੰ 8-10 ਵਾਰ ਕਰਕੇ ਇਸ ਤਰ੍ਹਾਂ ਦੇ 3 ਸਟੈਪ ਇਸ ਐਕਸਰਸਾਈਜ਼ ਦੇ ਵੀ ਕਰਨੇ ਹਨ। ਜਿੰਨੀ ਵੀ ਐਕਸਰਸਾਈਜ਼ ਦੱਸਦੇ ਹਾਂ ਅਸੀਂ, ਥੋੜੀ ਮਾਤਰਾ 'ਚ ਐਕਸਰਸਾਈਜ਼ ਦੱਸਦੇ ਹਾਂ, ਉਨੀ ਗਿਣਤੀ ਦੇ 3 8 10 ਸਟੈਪ ਕਰਕੇ ਪ੍ਰਕਿਰਿਆ ਕਰਕੇ ਇੱਕ ਸਟੈਪ ਬਣਦਾ ਹੈ। ਇਸ ਤਰ੍ਹਾਂ ਦੇ 3 ਸਟੈਪ ਤੁਸੀਂ ਇਹ ਐਕਸਰਸਾਈਜ਼ ਦੇ ਕਰਨੇ ਹਨ। ਪਹਿਲੀ ਐਕਸਰਸਾਈਜ਼ ਜੋ ਅਸੀਂ ਮੋਢੇ ਘੁਮਾਉਣ ਦੀ ਕੀਤੀ, ਇਸ ਦੇ 10-12 ਵਾਰ ਇਹਦੀ ਪ੍ਰਕਿਰਿਆ ਕਰਕੇ ਉਸ ਤਰ੍ਹਾਂ ਦੇ 3 ਸਟੈਪ ਕਰਨੇ ਹਨ। ਇਸ ਤਰ੍ਹਾਂ ਦੂਸਰੀ ਬਾਂਹ ਚੱਕ ਕੇ ਜੋ ਅਸੀਂ ਐਕਸਰਸਾਈਜ਼ ਕੀਤੀ ਉਸ ਦੇ ਵੀ 10-12 ਵਾਰ ਪ੍ਰਕਿਰਿਆ ਉਸ ਦੀ ਕਰਕੇ 3 ਸਟੈਪ ਕਰਨੇ ਹਨ। ਇਸੇ ਤਰ੍ਹਾਂ ਆਪਣੇ ਮੋਢਿਆਂ ਨੂੰ ਤਾਂ ਤੇ ਹੇਠਾਂ ਵੱਲ ਕਰਨ ਦੀ ਪ੍ਰਕਿਰਿਆ ਨੂੰ ਵੀ ਅਸੀਂ 8-10 ਵਾਰ ਇੱਕ ਸਟੈਪ ਦੇ ਵਿੱਚ ਇਹ ਪ੍ਰਕਿਰਿਆ ਕਰਕੇ ਇਸ ਤਰ੍ਹਾਂ ਦੇ 3 ਸਟੈਪ ਅਸੀਂ ਕਰਨੇ ਹਨ। ਤੁਸੀਂ ਆਪਣੀ ਸਿਹਤ ਮੁਤਾਬਕ, ਆਪਣੀ ਤਕਲੀਫ ਮੁਤਾਬਕ 2 ਵੀ ਕਰ ਸਕਦੇ ਹੋ, 4 ਵੀ ਕਰ ਸਕਦੇ ਹੋ, ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗੇ। ਸੋ ਧੰਨਵਾਦ ਜੀ। ਹਾਂਜੀ ਵੀਰੇ, 2 ਐਕਸਰਸਾਈਜ਼ਾਂ ਬਹੁਤ ਛੋਟੀਆਂ ਹਨ। ਉਹ ਦਿਨ ਦੇ ਵਿੱਚ ਤੁਸੀਂ ਕਿਸੇ ਟਾਈਮ ਵੀ ਕਰ ਸਕਦੇ ਹੋ, ਤੁਰੇ ਫਿਰੇ ਜਾਂਦੇ ਵੀ ਕਰ ਸਕਦੇ ਹੋ, ਘਰ ਦੇ ਵਿੱਚ ਕਿਤੇ ਆਰਾਮ ਕਰਨ ਲੱਗੇ ਵੀ ਕਰ ਸਕਦੇ ਹੋ। 1 ਵਾਰ ਕਰ ਲਓ, 2 ਵਾਰ ਕਰ ਲਓ, 3 ਵਾਰ ਕਰ ਲਓ, ਤੁਹਾਡੀ ਆਪਣੀ ਮੌਜ ਹੈ। ਪਰ ਉਹ ਵਧੀਆ ਲਾਹੇਵੰਦ ਐਕਸਰਸਾਈਜ਼ ਹੈ। ਇੱਕ ਤਾਂ ਹੈ ਕਿ ਇੱਕ ਆਪਣੇ ਬਾਹਾਂ ਨੂੰ ਸਿੱਧੀਆਂ ਕਰਕੇ ਆਪਣੀਆਂ ਮੁੱਠਾਂ ਨੂੰ ਜੋੜ ਕੇ ਇਸ ਤਰ੍ਹਾਂ ਕਰਨਾ, 1 2 3 4 5 6 7 8 9 10। ਇਸ ਤਰ੍ਹਾਂ ਇਹਨੂੰ ਪੁੱਠੀ ਦਿਸ਼ਾ ਦੇ ਵਿੱਚ 1 2 3 4 5 6 7 8 9 10। ਇੱਕ ਤਾਂ ਇਹ ਹੈ। ਇੱਕ ਹੈ ਕਿ ਜਿਹੜਾ ਤੁਹਾਡਾ ਆਪਣਾ ਮੂੰਹ ਦਾ ਜਵਾੜਾ ਹੈ ਉਹਨੂੰ ਪੂਰੇ ਜ਼ੋਰ ਨਾਲ ਖੋਲਣਾ ਹੈ। ਇਹ ਬਹੁਤ ਲਾਹੇਵੰਦ ਹੈ। ਇਹ ਮੇਰੇ ਖੋਲਣ ਦੇ ਨਾਲ ਮੈਂ ਤੁਹਾਨੂੰ ਇਹ ਕਰਕੇ ਦੱਸੂਗਾ ਐਕਸਰਸਾਈਜ਼। ਇਹ ਖੋਲਣ ਦੇ ਨਾਲ ਦੇਖੋ ਜੋ ਹੇਠਲੇ ਮਸਲ ਹਨ ਉਹ ਸਾਰੇ ਖਿੱਚ ਹੁੰਦੇ ਹਨ। ਇਸ ਤਰ੍ਹਾਂ ਅੰਦਰਲੇ ਪਾਸੇ ਪਿਛਲੇ ਮਸਲ ਵੀ ਖਿੱਚ ਹੋਣਗੇ। ਇਹਨੂੰ ਜਰਾ ਧਿਆਨ ਦੇ ਨਾਲ ਦੇਖਣਾ। ਇਹ ਪ੍ਰਕਿਰਿਆ ਦਿਨ ਦੇ ਵਿੱਚ ਕਦੀ ਵੀ ਤੁਸੀਂ ਕਰ ਸਕਦੇ ਹੋ ਤੇ ਬਹੁਤ ਵਧੀਆ ਹੈ, ਲਾਹੇਵੰਦ। ਤੁਹਾਨੂੰ ਇਹ ਕਰਨ ਦੇ ਨਾਲ ਹੀ ਮਹਿਸੂਸ ਹੋ ਜਾਣਾ ਹੈ। ਬਾਕੀ ਜਿੰਨੀ ਵੀ ਅਸੀਂ ਐਕਸਰਸਾਈਜ਼ ਦੱਸੀ ਹੈ, ਜਿੰਨੇ ਸਟੈਪ, ਜਿੰਨੀ ਉਹਨਾਂ ਦੀ ਗਿਣਤੀ ਦੱਸੀ ਹੈ, ਤੁਸੀਂ ਆਪਣੀ ਤਕਲੀਫ ਮੁਤਾਬਕ ਉਸ ਨੂੰ ਘੱਟ ਕਰ ਸਕਦੇ ਹੋ। 3 ਦੀ ਬਜਾਏ 2 ਕਰ ਸਕਦੇ ਹੋ, 3 ਦੀ ਬਜਾਏ 4 ਕਰ ਸਕਦੇ ਹੋ। ਤੁਸੀਂ ਠੀਕ ਹੋ, ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਤੁਹਾਡੀ ਤਕਲੀਫ ਦਿਨੋਂ ਦਿਨ ਘਟ ਰਹੀ ਹੈ ਤੇ ਤੁਸੀਂ ਐਕਸਰਸਾਈਜ਼ ਨੂੰ ਵਧਾ ਸਕਦੇ ਹੋ। ਔਰ ਜਦੋਂ ਤੁਹਾਡੀ ਤਕਲੀਫ ਬਿਲਕੁਲ ਘਟ ਜਾਂਦੀ ਹੈ
ਬੰਦ ਹੋ ਜਾਂਦੀ ਹੈ, ਤੁਸੀਂ ਤੰਦਰੁਸਤ ਹੋ ਜਾਂਦੇ ਹੋ। ਕੋਸ਼ਿਸ਼ ਕਰੋ ਕਿ ਫਿਰ ਵੀ ਦਿਨ ਦੇ ਵਿੱਚ ਇੱਕ ਟਾਈਮ ਇਹਨਾਂ ਦੇ ਵਿੱਚੋਂ ਕੋਈ ਵੀ ਐਕਸਰਸਾਈਜ਼ ਚੁਣ ਕੇ ਤੁਸੀਂ ਕਰ ਸਕਦੇ ਹੋ, ਜੋ ਸਦਾ ਵਾਸਤੇ ਤੁਹਾਨੂੰ ਅਰੋਗ ਤੇ ਇਹ ਸਰਵਾਈਕਲ ਦੀ ਨਾਮਰਾਦ ਬਿਮਾਰੀ ਦੀ ਤਕਲੀਫ ਤੋਂ ਬਚਾ ਕੇ ਰੱਖ ਸਕਦੀ ਹੈ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।